कंटिन्यू करते हैं जी। अगला प्रश्न, विच वन ऑफ द फॉलोइंग पेयर्स इज नॉट करेक्टली मैच्ड। करेक्ट मैच नहीं है। पिट्स इंडिया एक्ट कदों आया सी जी? 1784। ठीक। वैरन हैसिंग के समय हो सकता क्योंकि वैरन हैसिंग शुरुआत के दौर में सी गवर्नर जनरल। डॉक्ट्रिन ऑफ लैप्स डलहौजी, यस डलहौजी लेके आया सी। इलबर्ट बिल रिपन लेके आया सी, पढ़िया सी। वर्नाकुलर प्रेस एक्ट कुर्जन लेके आया सी, ये नहीं सही। ये लिटन लेके आया सी जी, लिटन सी आंसर है। वर्नाकुलर प्रेस एक्ट 1878 विच लॉर्ड लिटन द्वारा पास किया गया सी, लिटन। ਅਤੇ ਇਸ ਨੂੰ 1882 ਵਿੱਚ ਰਿਪਨ ਦੁਆਰਾ ਰੱਦ ਕੀਤਾ ਗਿਆ ਸੀ। ਲਿਟਨ ਲੈ ਕੇ ਆਇਆ ਸੀ ਤੇ ਫਿਰ ਰਿਪਨ ਨੇ ਇਹਨੂੰ ਰੱਦ ਕਰ ਦਿੱਤਾ। ਇਸ ਐਕਟ ਦਾ ਉਦੇਸ਼ ਸਥਾਨਕ ਪ੍ਰੈਸ ਨੂੰ ਬ੍ਰਿਟਿਸ਼ ਨੀਤੀਆਂ ਦੀ ਆਲੋਚਨਾ ਪ੍ਰਗਟ ਕਰਨ ਤੋਂ ਰੋਕਣਾ ਸੀ। ਜਿਹੜੀ ਲੋਕਲ ਪ੍ਰੈਸ ਸੀ ਨਾ, ਜਿਹੜੀ ਲੋਕਲ ਭਾਸ਼ਾਵਾਂ ਵਿੱਚ ਅਖਬਾਰ ਛਾਪਦੇ ਸੀ, ਉਹਨਾਂ ਨੂੰ ਰੋਕਣਾ ਸੀ ਕਿ ਉਹ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਨਾ ਕਰਨ। ਖਾਸ ਤੌਰ ਤੇ ਦੂਜੇ ਐਂਗਲੋ ਅਫਗਾਨ ਯੁੱਧ 1878-80 ਦੀ ਸ਼ੁਰੂਆਤ ਦੇ ਨਾਲ ਵਿਰੋਧ ਵਧਿਆ ਸੀਗਾ, ਤਾਂ ਇਹ ਵਿਰੋਧ ਨੂੰ ਰੋਕਣ ਲਈ ਵਰਨਾਕੂਲਰ ਪ੍ਰੈਸ ਐਕਟ ਲੈ ਕੇ ਆਇਆ ਸੀ ਕੌਣ? ਲਾਰਡ ਲਿਟਨ 1878 ਵਿੱਚ। ਫਿਰ ਕੁਝ ਸਾਲਾਂ ਬਾਅਦ ਰਿਪਨ ਨੇ ਇਸ ਨੂੰ ਰੱਦ ਕਰ ਦਿੱਤਾ। ਆਹ ਟਾਈਮ ਪੀਰੀਅਡ ਤੁਸੀਂ ਯਾਦ ਰੱਖੋ ਜੀ, ਪਹਿਲਾਂ ਲਿਟਨ ਸੀ, ਫਿਰ ਰਿਪਨ ਆਇਆ। ਇਸ ਐਕਟ ਵਿੱਚ ਅੰਗਰੇਜ਼ੀ ਭਾਸ਼ਾ ਦੇ ਪ੍ਰਕਾਸ਼ਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਹ ਗੱਲ ਸਹੀ ਹੈ ਜੀ। ਇੰਗਲਿਸ਼ ਲੈਂਗੁਏਜ ਦੇ ਨਿਊਜ਼ਪੇਪਰ ਇਹ ਐਕਟ ਦੇ ਅਧੀਨ ਨਹੀਂ ਆਉਂਦੇ ਸੀ। ਕੰਸੀਡਰ ਦਾ ਫੋਲੋਇੰਗ ਵਾਇਸਰਾਇਜ਼ ਆਫ ਇੰਡੀਆ ਡਿਊਰਿੰਗ ਦਾ ਬ੍ਰਿਟਿਸ਼ ਰੂਲ। ਆਚਾਰ ਦਿੱਤੇ ਆ ਜੀ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਫ ਦੇਅਰ ਟੇਨਿਓਰ। ਇਹ ਦੱਸਣਾ ਜੀ, ਪਹਿਲਾਂ ਕਿਹੜਾ ਆਇਆ ਸੀ, ਫਿਰ ਕਿਹੜਾ ਬਣਿਆ, ਫਿਰ ਕਿਹੜਾ ਬਣਿਆ। ਹੁਣ ਅਸੀਂ ਬਹੁਤੇ ਯਾਦ ਨਹੀਂ ਕੀਤੇ, ਪਰ ਫਿਰ ਵੀ ਜੇ ਤੁਸੀਂ ਮਾਡਰਨ ਹਿਸਟਰੀ ਪੜ੍ਹੀ ਆ, ਆਨਸਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਰਡ ਕੁਰਜਨ, ਤੁਹਾਨੂੰ ਪਤਾ ਕਿ 1905 ਵਿੱਚ ਬੰਗਾਲ ਦਾ ਵਿਭਾਜਨ ਹੋਇਆ ਸੀਗਾ, ਠੀਕ ਹੈ ਜੀ। ਤੇ ਉਸ ਵੇਲੇ ਲਾਰਡ ਕੁਰਜਨ ਦਾ ਕਾਫੀ ਨਾਮ ਆਉਂਦਾ 1905 ਵਿੱਚ, ਠੀਕ ਹੈ ਜੀ। ਲਾਰਡ ਕੈਲਮਸਫੋਰਡ ਮੌਂਟਾਗੂ ਕੈਲਮਸਫੋਰਡ ਰਿਫਾਰਮ ਕਦੋਂ ਹੋਏ ਸੀ? 1919 ਵਿੱਚ, ਠੀਕ ਹੈ ਜੀ। ਇਹਦਾ ਮਤਲਬ ਇਹ 19 ਵਿੱਚ ਹੋਏ। ਲਾਰਡ ਹਾਰਡਿੰਗ 19 ਤੋਂ ਪਹਿਲਾਂ ਹੋਏ ਸੀ, ਮੰਨ ਲਓ ਸਾਨੂੰ ਨਹੀਂ ਪਤਾ, ਛੱਡ ਦਿਓ। ਲਾਰਡ ਇਰਵਿਨ, ਸਾਨੂੰ ਪਤਾ ਕਿ ਇਰਵਿਨ ਦੇ ਨਾਲ ਗਾਂਧੀ ਦਾ ਸਮਝੌਤਾ ਹੋਇਆ ਸੀ, ਹੈ ਨਾ, ਗਾਂਧੀ ਇਰਵਿਨ ਪੈਕਟ। ਇਹ 1932-33 ਦੀਆਂ ਗੱਲਾਂ ਆ, 1930 ਦੇ ਬਾਅਦ ਦੀਆਂ ਗੱਲਾਂ ਆ। ਮੈਂ ਲਾ ਲਵਾਂ 30-31, ਫਿਰ 31 ਲਿਖ ਦਿੰਦਾ, ਅੰਦਾਜ਼ੇ ਮਾਰਨੇ ਆ। ਇਹਦਾ ਮਤਲਬ ਪਹਿਲਾਂ 5, 19, 31, 1, 2, 4 ਲੱਭੋ ਜੀ। 1, 2, 4 ਇਹ ਹੋ ਸਕਦਾ ਜੀ। 1, 2, 4 ਨਹੀਂ, ਇਹ ਨਹੀਂ ਹੋ ਸਕਦਾ। 1, 2, 4 ਇਹ ਵੀ ਨਹੀਂ ਹੋ ਸਕਦਾ, ਹੈ ਨੀ ਗਾ। 1, 2, 4 ਇਹ ਵੀ ਨਹੀਂ ਹੈਗਾ ਜੀ, ਹੈ ਨਾ। ਆਪਣੇ ਆਪ ਸਾਡਾ ਆਨਸਰ ਆ ਗਿਆ ਜੀ ਏ। ਸਾਨੂੰ ਨਹੀਂ ਪਤਾ ਸੀ ਲਾਰਡ ਹਾਰਡਿੰਗ ਕਦੋਂ ਹੋਏ, ਤਾਂ ਵੀ ਅਸੀਂ ਆਪਣੀ ਗਿਵਨ ਨੌਲੇਜ ਦੇ ਹਿਸਾਬ ਨਾਲ ਆਨਸਰ ਕੱਢ ਲਿਆ। ਪੜ੍ਹ ਲੈਣੇ ਜੀ। ਲਾਰਡ ਕੁਰਜਨ 1899 ਤੋਂ 1905 ਤੱਕ। ਲਾਰਡ ਕੈਲਮਸਫੋਰਡ 1916 ਤੋਂ 1921। ਲਾਰਡ ਹਾਰਡਿੰਗ 1910 ਤੋਂ 1916, ਠੀਕ। ਆ ਪਹਿਲਾਂ ਆਉਣਾ, ਇੱਥੇ ਲਿਖਾਂ, ਠੀਕ। ਤੇ ਲਾਰਡ ਇਰਵਿਨ 1926 ਤੋਂ 1931, ਠੀਕ ਹੈ ਜੀ। ਕੰਸੀਡਰ ਦਾ ਫੋਲੋਇੰਗ ਪ੍ਰਿੰਸਲੀ ਸਟੇਟਸ ਆਫ ਦਾ ਬ੍ਰਿਟਿਸ਼ ਰੂਲ ਇਨ ਇੰਡੀਆ। ਪ੍ਰਿੰਸਲੀ ਸਟੇਟਸ ਦੀ ਗੱਲ ਹੋ ਰਹੀ ਆ, 3 ਦਿੱਤੀਆਂ ਜੀ। ਦਾ ਕਰੈਕਟ ਕ੍ਰੋਨੋਲੋਜੀਕਲ ਆਰਡਰ ਇਨ ਵਿਚ ਦੇ ਵਰ ਅਨੈਕਸਡ ਬਾਏ ਦਾ ਬ੍ਰਿਟਿਸ਼ਰਸ। ਬ੍ਰਿਟਿਸ਼ਰ ਨੇ ਇਹਨਾਂ ਉੱਤੇ ਕਬਜ਼ਾ ਕਰ ਲਿਆ। ਆਹ ਤਿੰਨੇ ਸਟੇਟਾਂ ਉੱਤੇ ਨਾ ਡਾਕਟਰੀਨ ਆਫ ਲੈਪਸ ਦੇ ਅਧੀਨ ਕਬਜ਼ਾ ਕੀਤਾ ਸੀ। ਹੁਣ ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਪੁੱਛ ਲਿਆ, ਦੇਖਦੇ ਹਾਂ ਜੀ। ਦੇਖੋ ਜੀ, ਇਹਨਾਂ ਵਿੱਚ ਨਾ ਝਾਂਸੀ ਬਾਅਦ ਵਿੱਚ ਆਇਆ ਸੀ, ਤੇ ਆਹ ਦੇਖੋ ਜੀ, ਆਹ ਤੀਸਰਾ ਆਨਸਰ ਸੀ ਆਨਸਰ ਹੈ ਜੀ। 1 ਆਖਰੀ ਕਦਮ ਆ ਜੀ, ਸੀ ਵਿੱਚ ਆ। ਪਹਿਲਾਂ ਸੀ 17, ਫਿਰ ਸੰਬਲਪੁਰ ਤੇ ਫਿਰ ਝਾਂਸੀ, ਸੀ ਆਨਸਰ ਹੈ ਜੀ। ਲਾਰਡ ਡਲਹੌਜੀ ਦੁਆਰਾ ਡਾਕਟਰੀਨ ਆਫ ਲੈਫਟ ਦੇ ਅੰਤਰਗਤ ਇਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਪਹਿਲਾਂ ਸੀ ਜੀ 17, ਫਿਰ ਸੰਬਲਪੁਰ ਤੇ ਫਿਰ ਕੀ ਸੀ? ਝਾਂਸੀ ਬਾਅਦ ਵਿੱਚ ਐਡ ਹੋਇਆ। ਅੱਗੇ ਦੇਖੋ ਜੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਾਂ ਦਿੱਤੀਆਂ, ਪੜ੍ਹਦੇ ਹਾਂ ਜੀ।
In the Third Battle of Panipat, Ahmad Shah Abdali defeated Ibrahim Lodi। ਤੁਹਾਨੂੰ ਤਿੰਨੇ ਪਾਨੀਪਤ ਦੀਆਂ ਜੰਗਾਂ ਯਾਦ ਹੋਊਗੀਆਂ। ਤਾਂ ਜਿਹੜੀ ਤੀਸਰੀ ਜੰਗ ਸੀ ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ ਸੀ, ਨਾ ਕਿ ਇਬਰਾਹਿਮ ਲੋਦੀ ਨੂੰ। ਇਹ ਹੋ ਗਿਆ ਗਲਤ। ਟੀਪੂ ਸੁਲਤਾਨ ਵਾਸ ਕਿਲਡ ਇਨ ਦਾ ਥਰਡ ਐਂਗਲੋ ਮੈਸੂਰ ਵਾਰ। ਨਹੀਂ, ਤੀਜੀ ਨਹੀਂ, ਚੌਥੀ ਐਂਗਲੋ ਮੈਸੂਰ ਵਾਰ ਵਿੱਚ ਟੀਪੂ ਸੁਲਤਾਨ ਦੀ ਡੈਥ ਹੋਈ ਸੀ। ਇਹ ਵੀ ਗਲਤ ਹੋ ਗਿਆ। ਮੀਰ ਜਾਫਰ entered in a conspiracy with the British with the English for the defeat of ਨਵਾਬ ਸਿਰਾਜੂਦੌਲਾ in the battle of ਪਲਾਸੀ। ਆ ਜਿਹੜਾ ਸਿਪਰ ਸਲਾਰ ਸੀ, ਸੈਨਾਪਤੀ ਸੀਗਾ ਸਿਰਾਜੂਦੌਲਾ ਦਾ, ਇਹਨੇ ਕੀ ਕੀਤਾ, ਇਹ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲ ਗਿਆ, ਇੰਗਲਿਸ਼ ਨਾਲ ਮਿਲ ਗਿਆ। ਤਾਂ ਇਹਨ ਫਿਰ ਪਲਾਸੀ ਦੀ ਲੜਾਈ ਵਿੱਚ ਕੀ ਹੋ ਗਿਆ, ਨਵਾਬ ਸਿਰਾਜੂਦੌਲਾ ਦੀ ਹਾਰ ਹੋ ਗਈ, ਕਿਉਂਕਿ ਇਹ ਸੈਨਾ ਲੈ ਕੇ ਨਹੀਂ ਪਹੁੰਚਿਆ ਯੁੱਧ ਦੇ ਮੈਦਾਨ ਵਿੱਚ। ਤੇ ਇਹ ਸਹੀ ਹੈ ਜੀ, ਆਨਸਰ ਹੈ ਜੀ ਬੀ, ਓਨਲੀ 3 ਸਹੀ। ਪਾਣੀਪਤ ਦੀ ਪਹਿਲੀ ਲੜਾਈ 1526 ਵਿੱਚ ਇਬਰਾਹਿਮ ਲੋਦੀ ਨੂੰ ਬਾਬਰ ਨੇ ਹਰਾਇਆ ਸੀ। ਠੀਕ ਹੈ। ਪਾਣੀਪਤ ਦੀ ਤੀਜੀ ਲੜਾਈ 1761, ਇਸ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ ਸੀ। ਟੀਪੂ ਸੁਲਤਾਨ ਚੌਥੀ ਐਂਗਲੋ ਮੈਸੂਰ ਜੰਗ ਵਿੱਚ ਮਾਰਿਆ ਗਿਆ ਸੀ 1799। ਅੱਗੇ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਪਲੇਸਿਸ ਡਿਡ ਕੁੰਵਰ ਸਿੰਘ A prominent leader of the revolt of 1857 belong to। ਆਪਾਂ ਦੇਖਿਆ ਕਿ 1857 ਜਾਂ ਜਦੋਂ ਵਿਰੋਧ ਹੋਇਆ ਸੀ, ਵਿਦਰੋਹ ਹੋਇਆ ਸੀ, ਤੇ ਅਲੱਗ-ਅਲੱਗ ਏਰੀਏ ਵਿੱਚ ਅਲੱਗ-ਅਲੱਗ ਬੰਦੇ ਸੀਗੇ, ਹਨਾ। ਹਜ਼ਰਤ ਮਹਿਲ ਸੀ ਅਵਧ ਤੋਂ, ਤੇ ਉਸ ਹਿਸਾਬ ਨਾਲ ਕੁੰਵਰ ਸਿੰਘ ਕਿੱਥੋਂ ਸੀ ਜੀ? ਕੁੰਵਰ ਸਿੰਘ ਸੀ ਜੀ ਬਿਹਾਰ ਤੋਂ। Which one of the following territories was not affected by the revolt of 1857? ਦੇਖੋ, ਇਹਨਾਂ ਵਿੱਚੋਂ ਕਿਹੜਾ 1857 ਦੇ ਵਿਰੋਧ ਦੁਆਰਾ ਪ੍ਰਭਾਵਿਤ ਨਹੀਂ ਹੋਇਆ ਸੀ? ਨੋਟ ਅਫੈਕਟਡ। ਝਾਂਸੀ, ਰਾਣੀ ਝਾਂਸੀ ਨੇ ਯੁੱਧ ਕੀਤਾ। ਲਖਨਊ ਅਵਧ ਵਿੱਚ ਹਜ਼ਰਤ ਮਹਿਲ। ਜਗਦੀਸ਼ਪੁਰ ਬਿਹਾਰ ਵਿੱਚ ਕੁੰਵਰ ਸਿੰਘ। ਚਿੱਟੂਰ ਆ ਤੁਹਾਡਾ ਜੀ ਆਂਧਰਾ ਪ੍ਰਦੇਸ਼। ਸਾਊਥ ਵਾਲਾ ਹਿੱਸਾ ਇੰਨਾ ਅਫੈਕਟ ਨਹੀਂ ਹੋਇਆ ਸੀ। ਆਂਸਰ ਹੈ ਜੀ ਬੀ। ਆ ਦੇਖੋ ਜੀ, ਲੀਡਰ ਦੇਖ ਲਓ, ਝਾਂਸੀ ਵਿੱਚ ਰਾਣੀ ਲక్ష్ਮੀ ਬਾਈ ਸੀ, ਲਖਨਊ ਵਿੱਚ ਬੇਗਮ ਹਜ਼ਰਤ ਮਹਿਲ ਸੀ, ਜਗਦੀਸ਼ਪੁਰ ਬਿਹਾਰ ਵਿੱਚ ਕੁੰਵਰ ਸਿੰਘ ਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕੁਝ ਸਟੇਟਮੈਂਟਸ ਦਿੱਤੀਆਂ। ਵਿਚ ਆਫ ਦਾ ਸਟੇਟਮੈਂਟਸ ਗਿਵਨ ਅਬਵ ਇਜ਼ ਔਰ ਆਰ ਕਰੈਕਟ। ਆਪਾਂ ਦੇਖਣਾ ਸਹੀ ਕਿਹੜੀਆਂ। ਈਸ਼ਵਰ ਚੰਦਰ ਵਿਦਿਆਸਾਗਰ ਫਾਊਂਡਰ ਦਾ ਬੈਥੂਨ ਸਕੂਲ ਐਟ ਕਲਕੱਤਾ ਵਿਦ ਦਾ ਏਮ ਆਫ ਐਨਕਰੇਜਿੰਗ ਐਜੂਕੇਸ਼ਨ ਫॉर ਵੂਮਨ। ਵੂਮਨ ਵਿੱਚ ਐਜੂਕੇਸ਼ਨ ਦਾ ਉਥਾਨ ਹੋਵੇ, बढ़ावा होवे, इसलिए ईश्वर चंद्र विद्यासागर ने बैथून स्कूल की स्थापना की। कित्थे? कलकत्ता विच। ठीक है जी, ये गल सही है। बंकिम चटर या चंद्र चट्टोपाध्याय वाज द फर्स्ट ग्रेजुएट ऑफ द कलकत्ता यूनिवर्सिटी। ये भी सही है जी। मान लो सानू नहीं पता, छड्डो परा, अगे देखते हैं। केशव चंद्र सेन्स कंपेन अगेंस्ट सती led to the enactment of a law to ban सती by गवर्नर जनरल। ये केशव चंद्र सेन नहीं सी, ये तो कौन सी ताडे राजा राम मोहन रॉय। इसलिए तीसरी स्टेटमेंट होगी गलत। तीसरी स्टेटमेंट हम चक दो जी, आ चक दो। आंसर या तो 1 या तो 1 and 2 आ तो है जी। हाँ, दूसरी स्टेटमेंट भी सही है, आंसर है जी बी। कथन तीजा गलत है, क्योंकि राजा राम मोहन रॉय की सती के विरुद्ध मुहिम के कारण गवर्नर जनरल केड़ा विलियम बेंटिंग, गवर्नर जनरल केड़ा सी विलियम बेंटिंग, उस द्वारा सती ते पाबंदी लगाउण लई बंगाल रेगूलेशन एक्ट 1829 ਨੂੰ लागू ਕੀਤਾ ਗਿਆ ਸੀ। कोशिश की राजा राम मोहन राय ने, होरां ने भी कोशिश की। मेन बंदा ये सी जी राजा राम मोहन राय, ते उस वेले गवर्नर जनरल कौन सी? विलियम बेंटिंग। फिर कानून बन गया बंगाल रेगूलेशन एक्ट, जिस दे तहत सती दे उत्ते पाबंदी लगाई गई। बंकिम चंद्र चट्टोपाध्याय ਅਤੇ ਗੱਟੂਨਾਥ ਬੋਸ 30 जनवरी 1858 ਨੂੰ ਕਲਕੱਤਾ ਯੂਨੀਵਰਸਿਟੀ ਦੇ ਪਹਿਲੇ ਗ੍ਰੈਜੂਏਟ ਸਨ। ਠੀਕ ਹੈ ਜੀ। JED ਬੈਥੂਨ, ਉਸਨੇ 1849 ਵਿੱਚ ਕਲਕੱਤਾ ਵਿੱਚ ਬੈਥੂਨ ਸਕੂਲ ਦੀ ਸਥਾਪਨਾ ਕੀਤੀ। ਈਸ਼ਵਰ ਚੰਦਰ ਵਿਦਿਆਸਾਗਰ ਵੀ ਇਸ ਨਾਲ ਜੁੜੇ ਹੋਏ ਸਨ। ਠੀਕ ਹੈ ਨਾ, ਚਾਹੇ ਬੈਥੂਨ ਬੰਦਾ ਸੀ ਜਿਸ ਨੇ ਬੈਥੂਨ ਸਕੂਲ ਦੀ ਸਥਾਪਨਾ ਕੀਤੀ, ਪਰ ਈਸ਼ਵਰ ਚੰਦਰ ਵਿਦਿਆਸਾਗਰ ਵੀ ਇਸ ਦੇ ਨਾਲ ਜੁੜੇ ਸੀ। ਇਸ ਲਈ ਆਪਾਂ ਨਾ ਪਹਿਲੇ ਪੁਆਇੰਟ ਤੇ ਇੰਨਾ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਆਂਸਰ 1 2 ਆ ਜਾਂ 1 ਆ। ਆਪਾਂ ਫਿਰ ਇਹਨੂੰ ਥੋੜਾ ਸਾਈਡ ਤੇ ਕਰ ਦੇਣਾ ਤੇ 2 ਤੇ ਫੋਕਸ ਕਰਨਾ ਸੀ।
Who among the following repealed the vernacular press act? ਜਿਹੜਾ vernacular press act ਆਇਆ ਸੀ, ਸਾਡੀਆਂ ਜਿਹੜੀਆਂ ਲੋਕਲ ਭਾਸ਼ਾਵਾਂ ਵਿੱਚ ਅਖਬਾਰਾਂ ਛਪਦੀਆਂ ਸੀਗੀਆਂ ਉਹਨਾਂ ਉੱਤੇ ਸ਼ਿਕੰਜਾ ਕੱਸਣ ਲਈ vernacular press act ਆਇਆ ਸੀ। ਕੌਣ ਲੈ ਕੇ ਆਇਆ ਸੀ ਜੀ? ਲॉर्ड ਲਿਟਨ। ਤਾਂ ਇਹਨੂੰ ਰਿਪੀਲ ਕਿਹਨੇ ਕੀਤਾ? ਆਪਾਂ ਪਿੱਛੇ ਜੇ ਪੜ੍ਹਿਆ ਹੋਣੀ, ਪਹਿਲਾ ਪ੍ਰਸ਼ਨ ਵੀ ਆ ਚੁੱਕਾ, ਉਹ ਸੀ ਜੀ ਲॉर्ड ਰਿਪਨ। ਰਿਪਨ ਨੇ ਇਸ ਨੂੰ ਰਿਪੀਲ ਕਰਤਾ ਸੀ, ਖਤਮ ਕਰਤਾ ਸੀ। ਲॉर्ड ਲਿਟਨ ਨੇ ਵਰਨਾਕੂਲਰ ਪ੍ਰੈਸ ਐਕਟ 1878 ਵਿੱਚ ਲਾਗੂ ਕੀਤਾ ਸੀ। ਫਿਰ ਇਸ ਨੂੰ 1882 ਵਿੱਚ ਲॉर्ड ਰਿਪਨ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਠੀਕ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਕਰੈਕਟ ਸਟੇਟਮੈਂਟ? ਕਰੈਕਟ ਸਟੇਟਮੈਂਟ ਆਪਾਂ ਲੱਭਣੀ ਆ। ਕਰੈਕਟ ਸਟੇਟਮੈਂਟ, ਦ ਮਾਡਰਨ ਕੋਚੀ ਵਾਜ਼ ਏ ਡਚ ਕਲੋਨੀ ਟਿਲ ਇੰਡੀਆਸ ਇੰਡੀਪੈਂਡੈਂਸ। ਪਤਾ ਨਹੀਂ। ਡਚ ਡਿਫੀਟਡ ਦਾ ਪੁਰਤਗੀਜ਼ ਐਂਡ ਬਿਲਟ ਫੋਰਟ ਵਿਲੀਅਮਸ ਇਨ ਦਾ ਮਾਡਰਨ ਕੋਚੀ। ਡਚਾਂ ਨੇ ਪੁਰਤਗਾਲੀਆਂ ਨੂੰ ਹਰਾਤਾ। ਪਤਾ ਨਹੀਂ। ਦ ਮਾਡਰਨ ਕੋਚੀ ਵਾਜ਼ ਫਸਟ ਏ ਡਚ ਕਲੋਨੀ ਬਿਫੋਰ ਦ ਪੁਰਤਗੀਜ਼ ਟੁੱਕ ਓਵਰ। ਪਹਿਲਾਂ ਡਚ ਕਲੋਨੀ ਸੀ, ਫਿਰ ਪੁਰਤਗਾਲੀਆਂ ਦੀ ਕਲੋਨੀ ਬਣ ਗਈ। ਨਹੀਂ, ਪਹਿਲਾਂ ਇਹ ਪੁਰਤਗਾਲੀਆਂ ਦੀ ਸੀ, ਫਿਰ ਡਚ ਦੀ ਕਲੋਨੀ ਬਣ ਗਈ ਸੀ, ਇਸ ਲਈ ਇਹ ਹੋ ਗਿਆ ਗਲਤ। ਦ ਮਾਡਰਨ ਕੋਚੀ ਨੈਵਰ ਬਿਕੇਮ ਏ ਪਾਰਟ ਆਫ ਏ ਬ੍ਰਿਟਿਸ਼ ਕਲੋਨੀ। ਨਹੀਂ, ਪਹਿਲਾਂ ਇਹ ਸੀ ਪੁਰਤਗਾਲੀਆਂ ਦੀ, ਫਿਰ ਡੱਚਾਂ ਦੀ ਬਣ ਗਈ, ਫਿਰ ਬ੍ਰਿਟਿਸ਼ ਦੀ ਬਣ ਗਈ ਸੀ, ਇਹ ਵੀ ਗਲਤ ਆ। ਤੇ ਜੇ ਬ੍ਰਿਟਿਸ਼ ਦੀ ਬਣ ਗਈ ਸੀ ਤਾਂ ਫਿਰ ਇਹਦਾ ਮਤਲਬ ਆ ਵੀ ਗਲਤ ਆ, ਡੱਚ ਦੀ ਕਲੋਨੀ ਨਹੀਂ ਰਹੀ ਸੀ। ਆਂਸਰ ਆ ਜਾਣਾ ਜੀ ਬੀ। ਪਹਿਲਾਂ ਪੁਰਤਗਾਲੀਆਂ ਦੀ ਸੀ, ਪੁਰਤਗਾਲੀਆਂ ਤੋਂ ਡੱਚਾਂ ਦੇ ਹੱਥ ਆ ਗਈ, ਫਿਰ ਡੱਚਾਂ ਤੋਂ ਬਾਅਦ ਬ੍ਰਿਟਿਸ਼ ਦੇ ਹੱਥ ਆ ਗਈ। ਆਧੁਨਿਕ ਕੋਚੀ ਡੱਚ ਕਲੋਨੀ ਹੋਣ ਤੋਂ ਬਾਅਦ ਬ੍ਰਿਟਿਸ਼ ਕਲੋਨੀ ਦਾ ਹਿੱਸਾ ਬਣ ਗਿਆ। ਪਹਿਲਾਂ ਸੀ ਪੁਰਤਗਾਲੀ ਕੋਚੀ, ਪਹਿਲਾਂ ਪੁਰਤਗਾਲੀ ਬਸਤੀ ਸੀ, ਫਿਰ ਡੱਚਾਂ ਨੇ ਕਬਜ਼ਾ ਕਰ ਲਿਆ ਤੇ ਫਿਰ ਬਾਅਦ ਵਿੱਚ ਬ੍ਰਿਟਿਸ਼ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ। ਫੋਰਟ ਵਿਲੀਅਮਸ ਕੋਚੀ ਵਿੱਚ ਡੱਚਾਂ ਦੁਆਰਾ ਬਣਾਇਆ ਗਿਆ ਸੀ। ਠੀਕ ਹੈ ਜੀ। ਡੱਚ ਕੌਣ ਹੁੰਦੇ ਜੀ? ਨੀਦਰਲੈਂਡ ਵਾਲੇ। ਪਹਿਲਾਂ ਇਹਨਾਂ ਨੂੰ ਹਾਲੈਂਡ ਕਿਹਾ ਜਾਂਦਾ ਸੀ। ਨੀਦਰਲੈਂਡ ਦੇ ਲੋਕਾਂ ਨੂੰ ਕਹਿੰਦੇ ਡੱਚ। ਡੈਨਿਸ਼ ਕਿਹਨੂੰ ਕਹਿੰਦੇ ਆ? ਡੈਨਮਾਰਕ ਵਾਲਿਆਂ ਨੂੰ। ਅੱਗੇ ਦੇਖੋ ਜੀ। ਅੱਛਾ, ਤੁਸੀਂ ਇੱਕ ਆਹ ਯਾਦ ਰੱਖਣੀ ਗੱਲ, PEF ਠੀਕ, DF ਪੁੱਛਿਆ ਜਾਣਾ ਆ ਕਿ ਜਿਹੜੇ ਯੂਰੋਪੀਅਨ ਸੀਗੇ ਉਹਨਾਂ ਵਿੱਚੋਂ ਪਹਿਲਾਂ ਕੌਣ ਆਇਆ ਸੀ? ਪਹਿਲਾਂ ਆਇਆ ਸੀ ਜੀ ਪੁਰਤਗੀਜ਼, ਫਿਰ ਆਏ ਸੀ ਇੰਗਲਿਸ਼, ਫਿਰ ਆਏ ਸੀ ਡੱਚ, ਫਿਰ ਆਏ ਸੀ ਡੈਨਿਸ਼, ਐਂਡ ਵਿੱਚ ਆਏ ਸੀ ਫਰਾਂਸੀਸੀ। ਇਹ ਯਾਦ ਰੱਖਣਾ, ਭਾਰਤ ਵਿੱਚ ਜਿਹੜੇ ਯੂਰੋਪੀਅਨ ਆਏ ਸੀ ਉਹਨਾਂ ਦੀ ਸੀਕੁਐਂਸ ਕੀ ਆ? PEDDF, ਪੁਰਤਗੀਜ਼, ਇੰਗਲਿਸ਼, ਡੱਚ, ਡੈਨਿਸ਼ ਤੇ ਫਰਾਂਸੀਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਸਟੇਟਮੈਂਟਾਂ ਦਿੱਤੀਆਂ ਜੀ। ਵਾਰਨ ਹੈਸਿੰਗ ਵਾਜ਼ ਦਾ ਫਸਟ ਗਵਰਨਰ ਜਨਰਲ ਹੂ ਇਸਟੈਬਲਿਸ਼ਡ ਏ ਰੈਗੂਲਰ ਪੁਲਿਸ ਫੋਰਸ ਇਨ ਇੰਡੀਆ ਔਨ ਬ੍ਰਿਟਿਸ਼ ਪੈਟਰਨ। ਨਹੀਂ, ਇਹ ਕੌਰਨਵਾਲਿਸ ਸੀਗਾ, ਵਾਰਨ ਹੈਸਿੰਗ ਨਹੀਂ ਸੀ। ਤੇ ਇਹਨੂੰ 2 ਮਿੰਟ ਛੱਡ ਦਿਓ। ਇਹ ਸੁਪਰੀਮ ਕੋਰਟ ਵਾਜ਼ ਐਸਟੈਬਲਿਸ਼ਡ ਐਟ ਕਲਕੱਤਾ ਬਾਈ ਦਾ ਰੈਗੂਲੇਟਿੰਗ ਐਕਟ ਆਫ 1773। ਇਹ ਆਪਾਂ ਪੜ੍ਹਿਆ, ਇਹ ਗੱਲ ਹੈਗੀ ਆ, ਪੋਲਿਟੀ ਵਿੱਚ ਵੀ ਪੜ੍ਹੀ ਆ। ਸਹੀ ਹੈ ਜੀ, ਕਰੈਕਟ ਆਪਾਂ ਲੱਭਣਾ ਆ ਦੂਜਾ। ਇਹਨੂੰ ਚੱਕ ਦਿਓ ਜੀ, ਦੂਜਾ ਤਾਂ ਆਨਸਰ ਹੈਗਾ ਆ। ਇੰਡੀਅਨ ਪੀਨਲ ਕੋਡ ਕੇਮ ਇਨਟੂ ਇਫੈਕਟ ਇਨ ਦਾ ਈਅਰ 1860। ਨਹੀਂ, 1860 ਵਿੱਚ ਇਹ ਬਣਿਆ ਸੀਗਾ ਤਾਂ ਉਸ ਤੋਂ 1-2 ਸਾਲ ਬਾਅਦ ਲਾਗੂ ਹੋਇਆ ਸੀ ਜੀ। ਕੇਮ ਇਨਟੂ ਇਫੈਕਟ ਇਹ 1862 ਵਿੱਚ ਲਾਗੂ ਹੋਇਆ ਸੀ, 60 ਵਿੱਚ ਬਣਿਆ, 1-2 ਸਾਲਾਂ ਬਾਅਦ ਲਾਗੂ ਹੋਇਆ ਸੀ ਜੀ। ਠੀਕ। ਹੁਣ ਨਾ ਆਨਸਰ ਨਹੀਂ ਮਿਲਦਾ ਪਿਆ ਇੱਥੇ, ਜਾਂ ਤਾਂ ਇਹਨੂੰ ਤੁਸੀਂ ਸਹੀ ਮੰਨ ਕੇ ਚੱਲੋ 1860 ਵਿੱਚ ਆ ਗਿਆ ਸੀ ਜੀ, 1860 ਵਿੱਚ ਬਣ ਗਿਆ ਸੀ, ਤੀਜੇ ਨੂੰ ਸਹੀ ਮੰਨ ਕੇ ਚੱਲੋ, ਤੇ ਪਹਿਲਾ ਗਲਤ ਆ ਜੀ, ਇੱਥੇ ਕੌਰਨਵਾਲਿਸ ਆ। ਕਈ ਕਹਿੰਦੇ ਕੁਰਜਨ ਨੇ ਵੀ ਕਾਫੀ ਪੁਲਿਸ ਨੂੰ ਸੁਧਾਰਿਆ ਸੀਗਾ, ਪਰ ਮੇਨ ਆਨਸਰ ਆ ਜਾਣੇ ਤੁਹਾਡਾ ਜੀ। ਦੇਖੋ ਜੀ, ਓਨਲੀ 2 ਤਾਂ ਹੈ ਨਹੀਂ ਉਹ ਆਨਸਰ ਵਿੱਚ, 2 and 3 ਆ, ਪਹਿਲੇ ਨੂੰ ਵੀ ਚੱਕ ਦਿਓ। ਠੀਕ ਹੈ, 2 and 3 ਆਨਸਰ ਆ ਜਾਣਾ ਫਿਰ B। ਲਾਰਡ ਕੌਰਨਵਾਲਿਸ ਪਹਿਲਾ ਗਵਰਨਰ ਜਨਰਲ ਸੀ ਜਿਸ ਨੇ ਭਾਰਤ ਵਿੱਚ ਬ੍ਰਿਟਿਸ਼ ਪੈਟਰਨ ਤੇ ਨਿਯਮਿਤ ਪੁਲਿਸ ਫੋਰਸ ਦੀ ਸਥਾਪਨਾ ਕੀਤੀ ਸੀ। ਭਾਰਤੀ ਦੰਡ ਵਿਧਾਨ ਆ ਇੰਪੋਰਟੈਂਟ ਪੁਆਇੰਟ ਆ। ਇੰਡੀਅਨ ਪੀਨਲ ਕੋਡ 1860 ਵਾਲਾ ਜਿਹੜਾ ਪਹਿਲਾਂ ਬਣਿਆ ਸੀ ਨਾ, ਅੱਜ ਵੀ ਉਹੀ ਚੱਲਦਾ ਆ, ਤੇ 1-2 ਸਾਲ ਬਾਅਦ ਲਾਗੂ ਹੋਇਆ ਸੀ ਜੀ 1862 ਵਿੱਚ। ਅਗਲਾ ਪ੍ਰਸ਼ਨ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਫ ਦਾ ਬੈਟਲਸ ਫੌਟ ਇਨ ਇੰਡੀਆ ਇਨ 18th ਸੈਂਚੁਰੀ। 18ਵੀਂ ਸਦੀ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਸੀ ਉਹਨਾਂ ਦੀ ਕ੍ਰੋਨੋਲੋਜੀ ਪੁੱਛੀ ਹੈ ਜੀ।
देखो बैटल ऑफ बंदीवाश, बंदीवाश फाइनल ਲੜਾਈ ਸੀ ਬ੍ਰਿਟਿਸ਼ ਤੇ ਫਰਾਂਸੀਸੀਆਂ ਵਿਚਕਾਰ, ਜਿਹਦੇ ਵਿੱਚ ਬ੍ਰਿਟਿਸ਼ ਨੇ ਫਰਾਂਸੀਸੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ। ਹੁਣ ਫਰਾਂਸੀਸੀ ਇੰਨੇ ਖਤਰਾ ਨਹੀਂ ਰਹਿ ਗਏ ਸੀ। ਪਹਿਲਾਂ ਬ੍ਰਿਟਿਸ਼ ਤੇ ਫਰਾਂਸੀਸੀਆਂ ਦੀ ਲੜਾਈਆਂ ਹੋਈਆਂ, ਕਦੀ ਕੋਈ ਜਿੱਤ ਜਾਂਦਾ ਸੀ ਕਦੀ ਕੋਈ ਜਿੱਤ ਜਾਂਦਾ ਸੀ, ਪਰ ਫਿਰ ਵੀ ਇਹਨਾਂ ਦੀਆਂ ਤਾਕਤਾਂ ਬਰਕਰਾਰ ਰਹੀਆਂ। ਪਰ ਬੈਟਲ ਆਫ ਬੰਦੀਵਾਸ਼ ਤੋਂ ਬਾਅਦ ਕੀ ਹੋਇਆ, ਬ੍ਰਿਟਿਸ਼ਰ ਨੇ ਚੰਗੀ ਤਰ੍ਹਾਂ ਹਰਾਤਾ ਫਰਾਂਸੀਸੀਆਂ ਨੂੰ। ਇਹ 1960 ਦੇ ਕਰੀਬ ਦੀ ਗੱਲ ਆ ਜੀ, ਸੌਰੀ 1860, ਸੌਰੀ 1760, ਹਾਂਜੀ। ਬੈਟਲ ਆਫ ਬਕਸਰ ਕਦੋਂ ਹੋਇਆ ਸੀ ਤੁਹਾਨੂੰ ਪਤਾ, 1764, ਠੀਕ ਹੈ ਜੀ। ਬੈਟਲ ਆਫ ਅੰਬਰ ਤੁਹਾਨੂੰ ਪਤਾ ਨਹੀਂ। ਬੈਟਲ ਆਫ ਪਲਾਸੀ ਕਦੋਂ ਹੋਇਆ ਸੀ, 57। ਇਹਦਾ ਮਤਲਬ 87 ਪਹਿਲਾਂ ਹੋਇਆ ਸੀ, ਫਿਰ ਬੈਟਲ ਆਫ ਬੰਦੀਵਾਸ਼ ਹੋਈ ਸੀ, ਫਿਰ ਬੈਟਲ ਆਫ ਬਕਸਰ ਹੋਇਆ ਸੀ। ਦੇਖ ਲਓ ਜੀ, ਪਲਾਸੀ ਬੰਦੀਵਾਸ਼ ਬਕਸਰ, ਇਹ ਆਨਸਰ ਹੋ ਸਕਦਾ। ਪਲਾਸੀ ਬੰਦੀਵਾਸ਼ ਬਕਸਰ ਇਹ ਨਹੀਂ ਆ, ਪਲਾਸੀ ਬੰਦੀਵਾਸ਼ ਬਕਸਰ ਇਹ ਵੀ ਨਹੀਂ ਆ, ਆ ਜੀ ਬੀ ਆਨਸਰ ਆ ਜੀ। ਬੈਟਲ ਆਫ ਅੰਬਰ ਵੀ ਅੰਗਰੇਜ਼ਾਂ ਤੇ ਫਰਾਂਸੀਸੀਆਂ ਵਿਚਕਾਰ ਲੜਾਈ ਹੋਈ ਸੀ ਜੀ। ਇਹ ਪਹਿਲਾਂ ਦੀਆਂ ਲੜਾਈਆਂ ਆ, ਇਹ ਸਭ ਤੋਂ ਪਹਿਲਾਂ ਆ। ਇਹਦੇ ਵਿੱਚ ਫਰਾਂਸੀਸੀ ਜਿੱਤ ਗਏ ਸੀ। ਤੁਹਾਨੂੰ ਨਹੀਂ ਵੀ ਪਤਾ, ਪਰ ਤੁਸੀਂ ਆਹ 3 ਲੜਾਈਆਂ ਦੇ ਬੇਸ ਤੇ ਆਨਸਰ ਕੱਢ ਸਕਦੇ ਆ। ਪਲਾਸੀ ਪਹਿਲਾਂ ਹੋਈ, ਫਿਰ 60 ਵਿੱਚ ਬੰਦੀਵਾਸ਼ ਵਾਲੀ ਲੜਾਈ ਹੋਈ, ਫਿਰ ਬਾਅਦ ਵਿੱਚ ਬਕਸਰ ਦੀ ਲੜਾਈ ਹੋਈ। बैटल ऑफ अंबर 1749, बैटल ऑफ प्लासी 1757, बैटल ऑफ बंदीवाश 1760, बैटल ऑफ बक्सर 1764, ठीक है जी। Who among the following was a proponent of Fabianism as a movement? ਇਹਨਾਂ ਵਿੱਚੋਂ ਕਿਹੜਾ ਬੰਦਾ ਫੈਬੀਅਨਿਜ਼ਮ ਮੂਵਮੈਂਟ ਦੇ ਪੱਖਦਾਰ ਸੀ, ਮੂਵਮੈਂਟ ਦਾ ਪੱਖਦਾਰ ਸੀ? ਉਹ ਸੀ ਜੀ ਐਨੀ ਬੇਸੰਟ। ਕੌਣ? ਐਨੀ ਬੇਸੰਟ। ਹੁਣ ਫੈਬੀਅਨਿਜ਼ਮ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਇੱਕ ਮੂਵਮੈਂਟ ਆ ਜਿਹੜੀ ਕਹਿੰਦੀ ਸੀ ਵੀ ਅਸੀਂ ਸਮਾਜਵਾਦ ਲੈ ਕੇ ਤਾਂ ਆਉਣਾ ਆ, ਅਸੀਂ ਸਮਾਜਵਾਦ ਲੈ ਕੇ ਆਉਣਾ, ਪਰ ਅਸੀਂ ਹਿੰਸਾ ਦਾ ਰਸਤਾ ਨਾ ਅਪਣਾ ਕੇ, ਵਾਇਲੈਂਟ ਮੀਨਸ ਨਾ ਅਪਣਾ ਕੇ, ਹੌਲੀ ਹੌਲੀ ਪਾਰਲੀਮੈਂਟਰੀ ਸਿਸਟਮ ਦੁਆਰਾ, ਲੋਕਤੰਤਰ ਦੁਆਰਾ ਆਪਣਾ ਸੋਸ਼ਲਿਜ਼ਮ, ਸਮਾਜਵਾਦ ਲੈ ਕੇ ਆਉਣਾ। ਫੈਬੀਅਨਿਜ਼ਮ, ਫੈਬੀਅਨ ਸੋਸ਼ਲਿਜ਼ਮ ਬਿਲੀਵਸ ਇਨ ਦਾ ਆਈਡੀਆ ਆਫ ਐਸਟੈਬਲਿਸ਼ਿੰਗ ਸੋਸ਼ਲਿਸਟ ਸੋਸਾਇਟੀ, ਵੀ ਆਪਾਂ ਸਮਾਜਵਾਦ ਲੈ ਕੇ ਆਉਣਾ ਕਿਸ ਤਰ੍ਹਾਂ, ਥਰੂ ਐਵੋਲੂਸ਼ਨਰੀ ਐਂਡ ਪਾਰਲੀਮੈਂਟਰੀ ਪ੍ਰੋਸੈਸ, ਵੀ ਹੌਲੀ ਹੌਲੀ ਰਿਫਾਰਮ ਕਰ ਕਰਕੇ ਪਾਰਲੀਮੈਂਟਰੀ ਪ੍ਰੋਸੈਸ ਦੁਆਰਾ, ਡੈਮੋਕ੍ਰੇਸੀ ਦੁਆਰਾ ਆਪਾਂ ਸੋਸ਼ਲਿਜ਼ਮ ਲੈ ਕੇ ਆਉਣਾ, ਨਾ ਕਿ ਜਿਸ ਤਰ੍ਹਾਂ ਕਾਰਲ ਮਾਰਕਸ ਨੇ ਕਿਹਾ ਸੀ। ਕਾਰਲ ਮਾਰਕਸ ਕਹਿੰਦਾ ਕਿ ਰੈਵੋਲੂਸ਼ਨ ਲੈ ਕੇ ਆਉਣਾ ਆ, ਉਹ ਕੀ ਆ, ਰੈਵੋਲੂਸ਼ਨ ਐਂਡ ਵਾਇਲੈਂਸ ਟੂ ਰੀਚ ਦਾ ਗੋਲਸ ਆਫ ਸੋਸ਼ਲਿਜ਼ਮ, ਸਮਾਜਵਾਦ ਲਿਆਉਣ ਲਈ ਕ੍ਰਾਂਤੀ ਤੇ ਹਿੰਸਾ ਤੇ ਕ੍ਰਾਂਤੀ ਦਾ ਯੂਜ਼ ਕਰਕੇ, ਰੈਵੋਲੂਸ਼ਨ ਯੂਜ਼ ਕਰਕੇ ਤੇ ਆਪਾਂ ਸਮਾਜਵਾਦ ਲੈ ਕੇ ਆਉਣਾ। ਪਰ ਫੈਬੀਅਨ ਸੋਸ਼ਲਿਜ਼ਮ ਕਹਿੰਦਾ ਨਹੀਂ, ਆਪਾਂ ਹਿੰਸਾ ਦਾ ਰਸਤਾ ਨਹੀਂ ਅਪਣਾਉਣਾ, ਆਪਾਂ ਹੌਲੀ ਹੌਲੀ ਐਵੋਲੂਸ਼ਨਰੀ ਤੇ ਪਾਰਲੀਮੈਂਟਰੀ ਪ੍ਰੋਸੈਸਸ ਦੁਆਰਾ ਸਮਾਜਵਾਦ ਲੈ ਕੇ ਆਵਾਂਗੇ। ਅਗਲਾ ਪ੍ਰਸ਼ਨ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਾਂ ਦਿੱਤੀਆਂ। ਦਾ ਚਾਰਟਰ ਐਕਟ 1853 ਅਬੋਲਿਸ਼ ਈਸਟ ਇੰਡੀਆ ਕੰਪਨੀ ਮੋਨੋਪੋਲੀ ਆਫ ਇੰਡੀਅਨ ਟ੍ਰੇਡ। 1853 ਨੇ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ, ਏਕਾਧਿਕਾਰ ਨੂੰ ਰੱਦ ਕਰ ਦਿੱਤਾ, ਵਪਾਰ ਕਰਨ ਤੇ ਏਕਾਧਿਕਾਰ ਨੂੰ ਰੱਦ ਕਰ ਦਿੱਤਾ। ਨਹੀਂ, ਆਪਾਂ ਪਹਿਲਾਂ ਪੜ੍ਹਿਆ, ਇਹ 1833 ਦੇ ਕਰੀਬ ਪਹਿਲਾਂ ਦੇ ਐਕਟਾਂ ਵਿੱਚ ਹੋ ਚੁੱਕਾ ਸੀ, 53 ਵਿੱਚ ਨਹੀਂ, ਪਹਿਲਾਂ ਹੋ ਚੁੱਕਾ ਸੀ ਇਹ। ਅੰਡਰ ਦਾ ਗਵਰਨਮੈਂਟ ਆਫ ਇੰਡੀਆ ਐਕਟ 1858 ਦਾ ਬ੍ਰਿਟਿਸ਼ ਪਾਰਲੀਮੈਂਟ ਅਬੋਲਿਸ਼ ਦਾ ਰੂਲ ਆਫ ਈਸਟ ਇੰਡੀਆ ਕੰਪਨੀ। ਸਹੀ ਗੱਲ ਹੈ ਜੀ, ਈਸਟ ਇੰਡੀਆ ਕੰਪਨੀ ਦੇ ਰੂਲ ਨੂੰ ਖਤਮ ਕਰਤਾ। ਐਂਡ ਅੰਡਰਟੁੱਕ ਦਾ ਰਿਸਪੋਂਸਿਬਿਲਿਟੀ ਆਫ ਰੂਲਿੰਗ ਇੰਡੀਆ ਡਾਇਰੈਕਟਲੀ, ਤਾਂ ਆਪਣੇ ਕੋਲ ਸਿੱਧਾ ਅਧਿਕਾਰ ਲੈ ਲਿਆ ਕਿ ਅਸੀਂ ਹੁਣ ਭਾਰਤ ਨੂੰ ਡਾਇਰੈਕਟਲੀ ਰੂਲ ਕਰਾਂਗੇ। ਬ੍ਰਿਟਿਸ਼ ਪਾਰਲੀਮੈਂਟ ਨੇ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ, ਠੀਕ ਹੈ ਜੀ, ਤੇ ਆਪਣੇ ਕੋਲ ਅਧਿਕਾਰ ਲੈ ਲਿਆ ਰੂਲ ਕਰਨ ਦਾ। ਦੂਜਾ ਪੁਆਇੰਟ ਸਹੀ ਆ, ਕਰੈਕਟ ਆਨਸਰ ਹੈ ਜੀ ਓਨਲੀ 2। ਦਾ ਚਾਰਟਰ ਐਕਟ 1813 1813 ਆਪਾਂ ਪੜ੍ਹਿਆ, 1813 ਵਾਲੇ ਨੇ, ਨੋਟ 1853, ਅਬੋਲਿਸ਼ ਈਸਟ ਇੰਡੀਆ ਕੰਪਨੀ ਮੋਨੋਪੋਲੀ ਆਫ ਇੰਡੀਅਨ ਟ੍ਰੇਡ। ਇਹ ਪ੍ਰਸ਼ਨ ਪਹਿਲਾਂ ਵੀ ਆ ਚੁੱਕਾ। ਅੱਗੇ ਦੇਖੋ ਜੀ, which one of the following revolts was made famous by ਬੰਕਿਮ ਚੰਦਰ ਚੈਟਰਜੀ in his novel ਆਨੰਦ ਮਠ। ਬੰਕਿਮ ਚੰਦਰ ਚੈਟਰਜੀ ਨੇ ਇੱਕ ਨਾਵਲ ਲਿਖਿਆ ਸੀ ਆਨੰਦ ਮਠ। ਉਹਦੇ ਵਿੱਚ ਉਹਨੇ ਕਿਹੜੇ ਵਿਦਰੋਹ ਤੇ ਫੋਕਸ ਹੋ ਕੇ ਕਿਹੜੇ ਵਿਦਰੋਹ ਨੂੰ ਉਹ ਕੀਤਾ, ਫੇਮਸ ਕੀਤਾ। ਇਹ ਕਿਹੜੇ ਵਿਦਰੋਹ ਦੇ ਬੇਸ ਤੇ ਸੀ? ਭੀਲ ਅਪਰਾਈਜ਼ਿੰਗ, ਰੰਗਪੁਰ ਦੀਨਾਪੁਰ ਅਪਰਾਈਜ਼ਿੰਗ, ਬਿਸ਼ਨੂਪੁਰ ਬੀਰਭੂਮ ਰਿਬੇਲੀਅਨ, ਸੰਨਿਆਸੀ ਰਿਬੇਲੀਅਨ। ਆਨਸਰ ਆ ਜੀ ਸੰਨਿਆਸੀ ਰਿਬੇਲੀਅਨ। ਇਹ ਅੰਗਰੇਜ਼ਾਂ ਦੇ ਰਾਜ ਦੌਰਾਨ ਸ਼ੁਰੂ ਵਿੱਚ ਤਕੜਾ ਰਿਬੇਲੀਅਨ ਹੋਇਆ ਸੀ, ਕਾਫੀ ਲੰਬੇ ਸਮੇਂ ਤੱਕ ਚੱਲਿਆ ਸੰਨਿਆਸੀ ਰਿਬੇਲੀਅਨ, ਸੰਨਿਆਸੀ ਵਿਦਰੋਹ, ਤੇ ਇਹ ਬੰਕਿਮ ਚੰਦਰ ਚੈਟਰਜੀ ਨੇ
ਨਾਵਲ ਲਿਖਿਆ ਸੀ ਆਨੰਦ ਮੱਠ। ਆਹ ਤੁਸੀਂ ਦੇਖੋ ਨਾ, ਮੱਠ, ਮੱਠ ਦਾ ਮਤਲਬ ਹੀ ਹੈ ਕੀ ਆ, ਸਾਧੂਆਂ ਨਾਲ ਸੰਬੰਧਿਤ ਕੁਛ ਚੀਜ਼। ਤਾਂ ਇਹ ਸੰਨਿਆਸੀ ਰਿਬੇਲੀਅਨ। ਆਨੰਦ ਮੱਠ ਇੱਕ ਬੰਗਾਲੀ ਨਾਵਲ ਹੈ ਜੋ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਸੀ ਅਤੇ 1882 ਵਿੱਚ ਪ੍ਰਕਾਸ਼ਿਤ ਹੋਇਆ ਸੀ। 18ਵੀਂ ਸਦੀ ਦੇ ਅੰਤ ਵਿੱਚ ਸੰਨਿਆਸੀ ਵਿਦਰੋਹ ਦੇ ਪਿਛੋਕੜ ਵਿੱਚ ਸੈੱਟ ਕੀਤਾ ਗਿਆ ਸੀ ਇਹ ਨਾਵਲ। ਵਿਦ ਰੈਫਰੈਂਸ ਟੂ ਦਾ ਰਿਵੋਲਟ ਆਫ ਦਾ year 1857, 1857 ਦੇ ਵਿਦਰੋਹ ਦੀ ਗੱਲ ਹੋ ਰਹੀ ਹੈ। Who of the following was betrayed by friend, captured and put to death by the British? ਇਹਨਾਂ ਵਿੱਚੋਂ ਕਿਹੜਾ ਬੰਦਾ ਸੀ ਜਿਹਨੂੰ ਉਹਦੇ ਹੀ ਦੋਸਤ ਨੇ ਧੋਖਾ ਦਿੱਤਾ, ਉਹਨੂੰ ਫੜ ਲਿਆ ਗਿਆ ਤੇ ਉਹਨੂੰ ਫਾਂਸੀ ਦੇ ਦਿੱਤੀ ਗਈ ਬ੍ਰਿਟਿਸ਼ਰ ਦੁਆਰਾ। ਤੁਸੀਂ 57 ਦਾ ਵਿਦਰੋਹ ਪੜ੍ਹਿਆ ਹੋਏਗਾ ਤਾਂ ਦੇਖਿਆ ਹੋਏਗਾ ਕਿ ਜਿਹੜੇ ਆਪਣਾ ਤਾਂਤਿਆ ਟੋਪੇ ਸੀ ਨਾ, ਇਹ 1 ਸਾਲ ਤੱਕ ਬ੍ਰਿਟਿਸ਼ ਫੋਰਸਿਸ ਤੋਂ ਬਚਦੇ ਰਹੇ, ਜੰਗਲਾਂ ਜੁੰਗਲਾਂ 'ਚ ਰਹਿ ਕੇ ਇਸ ਤਰ੍ਹਾਂ ਇਹ ਗੁਜ਼ਾਰਾ ਕਰਦੇ ਰਹੇ, ਅੰਗਰੇਜ਼ਾਂ ਦੇ ਹੱਥ ਨਹੀਂ ਆਏ। ਫਿਰ ਇੱਕ ਦਿਨ ਨਾ ਇਹਨਾਂ ਨੂੰ ਹੀ ਇਹਨਾਂ ਦੇ ਇੱਕ ਦੋਸਤ ਨੇ ਧੋਖਾ ਦੇ ਦਿੱਤਾ। ਇਹ ਸੁੱਤੇ ਸੀ ਤੇ ਉੱਧਰੋਂ ਨਾ ਅੰਗਰੇਜ਼ਾਂ ਨੂੰ ਬੁਲਾ ਲਿਆ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਫੜ ਲਿਆ ਤੇ ਛੇਤੀ ਫੜ ਕੇ ਛੇਤੀ ਇਹਨਾਂ ਦਾ ਮੁਕੱਦਮਾ ਚਲਾ ਕੇ ਬਹੁਤ ਜਲਦੀ ਹੀ ਫਾਂਸੀ ਵੀ ਦੇ ਦਿੱਤੀ ਤਾਂਤਿਆ ਟੋਪੇ ਨੂੰ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਾਂਗੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।